ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਣਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਤੈ ਪਾਵਸ ਸਿੰਧ ਧੂਪ ਨਹੀਂ ਸ਼ਹੀਆ, ਤੈ ਉਤਪਤ ਪਰ ਲੋ ਨਾਹੀ। ਜੀਵਨ ਮਿਲਤ ਨ ਦੁਖ ਸੁਖ ਵਿਆਪੈ, ਸੁਨ ਸਮਾਦ ਦੋ ਤਹਿ ਨਾਹੀ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੋਲ ਨਹੀਂ ਚੜੈ ਜਾਏ ਨਾ ਮੁਕਾਤੀ। ਹਰ ਕੀ ਲੱਗੈ ਨ ਪਾਰੀ, ਰਹਾਉ ਅਰਧ ਉਰਧ ਦੋ ਤੈ ਨਾਹੀ। ਰਾਤ ਦਿਨ ਸਤਹਿ ਨਾਹੀ, ਜਲ ਨਹੀਂ ਪਵਨ ਪਾਵਕ ਫੁਨ ਨਾਹੀ। ਸਤਿਗੁਰ ਤਾਂ ਸਮਾਹੀ, ਅਗਾਮੀ ਅਗੋਚਰ ਰਹਿ ਨਿਰੰਤਰ। ਗੁਰ ਕਿਰਪਾ ਤੇ ਲਹੀਐ, ਕਹੋ ਕਬੀਰ ਬਲ ਜਾਂ ਗੁਰ ਆਪਣੇ। ਸਤ ਸੰਗਤ ਮਿਲ ਰਹੀ ਹੈ, ਅਗਾਮੀ ਅਗੋਚਰ ਹੈ ਨਿਰੰਤਰ। ਗੁਰ ਕਿਰਪਾ ਤੇ ਲਹੀਐ, ਕਹੋ ਕਬੀਰ ਬਲ ਜਾਂ ਗੁਰ ਆਪਣੇ। ਸਤ ਸੰਗਤ ਮਿਲ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਅੱਜ ਦਾ ਇਹ ਲੜੀਵਾਰ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਰਾਗ ਗੌੜੀ ਚੋਂ ਅੜਤਾਲੀਵਾਂ ਸ਼ਬਦ ਹੈ, ਜੋ ਆਪ ਜੀ ਨੇ ਸਰਵਣ ਕੀਤਾ। ਗੌੜੀ ਬਾਣੀ ਕਬੀਰ ਜੀਓ ਕੀ। ਇਹ ਸ਼ਬਦਾਂ ਦਾ ਹੈਨਗ ਚੱਲਿਆ ਗੌੜੀ ਬੈਰਾਗਣ ਤਿਪ ਦੇ। ਤੋ ਇਸ ਸ਼ਬਦ ਰਾਹੀਂ ਭਗਤ ਕਬੀਰ ਸਾਹਿਬ ਜੀ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਓ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਤੈ ਪਾਵਸ ਸਿੰਧ ਧੂਪ ਨਹੀਂ ਸ਼ਹੀਆ, ਤਹਿ ਉਤਪਤ ਪਰ ਲੋ ਨਾਹੀ। ਜੀਵਨ ਮਿਲਤ ਨ ਦੁਖ ਸੁਖ ਵਿਆਪੈ, ਸੁਨ ਸਮਾਦ ਦੋ ਤਹਿ ਨਾਹੀ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਸ਼੍ਰੀ ਗ੍ਰੰਥ ਸਾਹਿਬ ਜੀ ਦੇ 333 ਅੰਗ ਉੱਪਰ ਸੁਭਾਇਮਾਨ 48ਵਾਂ ਸ਼ਬਦ ਹੈ। ਉਥਾਨਕਾਂ ਮੁਤਾਬਕ ਦੱਸਦੇ ਹੈ ਕਿ ਜਿਸ ਵੇਲੇ ਭਗਤ ਕਬੀਰ ਸਾਹਿਬ ਜੀ ਦੇ ਗੁਰੂ ਰਾਮਾਨੰਦ ਜੀ ਸਮਾਧੀ ਵਿੱਚ ਲੀਨ ਹੋ ਕੇ ਸਮਾ ਗਏ, ਤਾਂ ਕਾਸ਼ੀ ਦੇ ਲੋਕਾਂ ਨੇ ਪੁੱਛਿਆ, ਕਬੀਰ ਜੀ ਤੁਹਾਡੇ ਗੁਰੂ ਮਹਾਰਾਜ ਰਾਮਾਨੰਦ ਜੀ ਦਾ ਨਿਵਾਸ ਕਿੱਥੇ ਹੋਇਆ? ਇਹ ਵੀ ਦੱਸਦੇ ਹੈ ਕਿ ਜਿਸ ਵੇਲੇ ਭਗਤ ਕਬੀਰ ਸਾਹਿਬ ਜੀ ਪੰਜ ਕੋਸੀ ਤੋਂ ਵਾਪਸ ਆਉਂਦੇ ਹੋਏ 106 ਸਾਲ ਦੀ ਉਮਰ ਸੀ,
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਹਰ ਰਸਤੇ ਵਿੱਚ ਮਿਲਦੇ ਹਨ ਤਾਂ ਉਹਨਾਂ ਨਾਲ ਭਗਤ ਕਬੀਰ ਸਾਹਿਬ ਜੀ ਦੀਆਂ ਕਹਿੰਦੇ ਕਾਫੀ ਵਿਚਾਰਾਂ ਹੋਈਆਂ। ਤਾਂ ਭਗਤ ਜੀ ਦੇ ਚੇਲਿਆਂ ਨੇ ਪੁੱਛਿਆ, ਮਹਾਰਾਜ ਇਹ ਗੁਰੂ ਨਾਨਕ ਦੇਵ ਜੀ ਕਿਹੜੀ ਅਵਸਥਾ ਵਿੱਚ ਰਹਿੰਦੇ ਹਨ? ਤਾਂ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਇਹ ਪਵਿੱਤਰ ਸ਼ਬਦ ਸਰੂਪ ਦੇ ਬਾਬਤ ਉਚਾਰਨ ਕੀਤਾ। ਜਿਸ ਤਰ੍ਹਾਂ ਸਹਿਜ ਅਵਸਥਾ ਦੀ ਗੱਲ ਆਉਂਦੀ ਹੈ, ਇਸ ਬਚਨ ਵਿੱਚ ਲਿਖਿਆ ਹੈ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲਨੀ ਚੜ੍ਹੈ ਜਾਏ ਨਾ ਮੁਕਾਤੀ, ਹਰ ਕੀ ਲਗੇ ਨ ਭਾਰੀ। ਗੁਰਬਾਣੀ ਵਿੱਚ ਪਾਤਸ਼ਾਹ ਜੀ ਨੇ ਇਹ ਵੀ ਕਿਹਾ ਹੈ ਕਿ ਸਹਿਜੇ ਨੂੰ ਸਭ ਲੋਚਦੇ, ਬਿਨ ਸਤਿਗੁਰ ਪਾਇਆ ਨਾ ਜਾਏ। ਤੋ ਇਹ ਸਹਿਜ ਅਵਸਥਾ ਦੀ ਗੱਲ ਕਬੀਰ ਸਾਹਿਬ ਜੀ ਆਪਣੇ ਚੇਲਿਆਂ ਨੂੰ ਕਿਵੇਂ ਸਮਝਾਉਣਾ ਕਰਦੇ ਹਨ, ਸਾਨੂੰ ਕਿਵੇਂ ਸਮਝਾਉਂਦੇ ਆ। ਕਹਿੰਦੇ ਗੁਰੂ ਨਾਨਕ ਦੇਵ ਜੀ ਉੱਥੇ ਵਸਦੇ ਹਨ ਜਿੱਥੇ ਨਾ ਧੁੱਪ ਹੈ, ਨਾ ਠੰਡ ਹੈ, ਨਾ ਗਰਮੀ ਹੈ, ਨਾ ਸਰਦੀ ਹੈ। ਸੰਸਾਰੀ ਅਰਥ ਕਰੀਏ ਤਹਿ ਪਾਵਸ, ਉੱਥੇ ਵਰਖਾ ਦੀ ਰੁੱਤ ਵੀ ਨਹੀਂ ਹੈ। ਸਿੰਧ, ਉੱਥੇ ਸਮੁੰਦਰ ਵੀ ਨਹੀਂ ਹੈ ਕੋਈ। ਉੱਥੇ ਧੂਪ ਭਾਵ ਧੁੱਪ ਵੀ ਨਹੀਂ ਹੈ, ਛਈਆ ਛਾਂ ਵੀ ਨਹੀਂ ਹੈ। ਤਹਿ ਉਤਪਤ ਪਰਲੋ ਨਾਹੀ, ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ। ਨਾ ਉੱਥੇ ਜੰਮਣਾ ਹੈ, ਨਾ ਮਰਨਾ ਹੈ, ਨਾ ਕੋਈ ਦੁੱਖ ਸੁੱਖ ਜੀਵ ਨੂੰ ਪ੍ਰਾਪਤ ਹੁੰਦੇ ਹਨ। ਦੁੱਖਾਂ ਸੁੱਖਾਂ ਤੋਂ ਵੀ ਪਰੇ। ਸੁਨ ਸਮਾਧੀ ਤੱਕ ਸਿੱਧ ਜਾਂਦੇ ਆ ਬਾਬਾ ਨਾਨਕ ਜੀ, ਉਦੋਂ ਵੀ ਪਰੇ। ਸੁਨ ਸਮਾਧ ਦੋ ਤਹਿ ਨਾਹੀ, ਸਹਿਜ ਦੀ ਅਵਸਥਾ ਵਿੱਚ ਰਹਿੰਦੇ ਹਨ, ਜਿਸ ਨੂੰ ਬਿਆਨ ਕਰਨਾ ਬੜਾ ਮੁਸ਼ਕਲ ਹੈ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲਨੀ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ। ਇਹ ਸਹਿਜ ਅਵਸਥਾ ਦੀ ਜਿਹੜੀ ਕਥਾ ਹੈ ਭਗਤੋ, ਇਹਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਇਸ ਦਾ ਅਗਲਾ ਅਰਥ ਕਰੀਏ, ਜਦੋਂ ਕੋਈ ਉਸ ਨਿਜ ਸਰੂਪ ਵਿੱਚ ਚਲਿਆ ਜਾਂਦਾ, ਉੱਥੇ ਪੰਜੇ ਵਿਕਾਰ ਵੀ ਖਤਮ ਹੋ ਜਾਂਦੇ ਹੈ। ਜੇ ਇਹਨਾਂ ਨੂੰ ਇਹਦੇ ਨਾਲ ਮਿਲਾ ਕੇ ਦੇਖੀਏ ਤਾਂ ਮਾਨੋ ਉੱਥੇ ਤਹਿ ਪਾਵਸ ਭਾਵ ਕਾਮ ਵਾਸ਼ਨਾ ਵੀ ਖਤਮ ਹੈ। ਸਿੰਧ ਭਾਵ ਮੋਹ, ਜਿਸ ਨੂੰ ਬਾਣੀ ਵਿੱਚ ਲਿਖਿਆ ਹੈ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗਨੀ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਅਸੀਂ ਮੋਹ ਦੇ ਸਮੁੰਦਰ ਵਿੱਚ ਡੁੱਬੇ ਹੋਏ ਆ। ਇੱਥੇ ਸਿੰਧ ਤੋਂ ਭਾਵ ਲਈਏ ਮੋਹ। ਉਹ ਸਹਿਜ ਅਵਸਥਾ ਵਿੱਚ ਜਾ ਕੇ ਮੋਹ ਵੀ ਖਤਮ ਹੈ। ਧੂਪ ਭਾਵ ਕ੍ਰੋਧ, ਉੱਥੇ ਕ੍ਰੋਧ ਵੀ ਨਹੀਂ ਹੈ। ਉੱਥੇ ਛਹੀਆ ਭਾਵ ਲੋਭ ਵੀ ਨਹੀਂ ਹੈ। ਔਰ ਉਤਪਤ ਪਰਲੋ, ਜਿਹੜੀਆਂ ਸਾਡੇ ਜੰਮਣਾ ਮਰਨਾ ਹੁੰਦਾ, ਫੁਰਨੇ ਬਣਦੇ ਐ। ਫੁਰਨਿਆਂ ਦੇ ਮੁਤਾਬਕ ਹੀ ਜੀਵਾਂ ਦਾ ਜੰਮਣਾ ਮਰਨਾ ਹੁੰਦਾ। ਤਾਂ ਭਗਤ ਜੀ ਕਹਿ ਰਹੇ ਹਨ, ਮਾਨੋ ਕਿ ਉੱਥੇ ਉਤਪਤੀ ਪਰਲੋ, ਨਾ ਕੋਈ ਪੈਦਾਇਸ਼ ਹੈ ਤੇ ਨਾ ਕੋਈ ਮੌਤ ਹੈ, ਨਾ ਮ੍ਰਿਤੂ ਹੈ ਉੱਥੇ, ਤੇ ਨਾ ਹੀ ਉੱਥੇ ਕੋਈ ਜੰਮਣਾ ਹੈ। ਤਹਿ ਉਤਪਤ ਪਰਲੋ ਨਾਹੀ, ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ। ਉੱਥੇ ਜੰਮਣ ਤੇ ਮਰਨ ਦੇ ਦੁੱਖ ਸੁਖ ਵੀ ਜੀਵ ਨੂੰ ਨਹੀਂ ਲੱਗਦੇ। ਨਾ ਮੌਤ ਦਾ ਡਰ ਹੈ ਤੇ ਨਾ ਹੀ ਜਿਉਣ ਦੀ ਆਸਾ ਹੈ। ਭਾਵ ਦੁੱਖਾਂ ਸੁੱਖਾਂ ਤੋਂ ਪਰੇ ਉੱਠ ਜਾਂਦੇ ਹੈ। ਸੰਸਾਰੀ ਮਨੁੱਖ ਜਿਹੜਾ ਲੰਬਾ ਅਵਸਥਾ ਜਿਉਣਾ ਚਾਹੁੰਦਾ, ਲੰਮਾ ਜੀਵਨ ਜਿਉਣਾ ਚਾਹੁੰਦਾ, ਲੇਕਿਨ ਰੱਬ ਦੇ ਪਿਆਰੇ ਜਦੋਂ ਉਸ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਆ, ਫਿਰ ਉਹਨਾਂ ਦੇ ਵਾਸਤੇ ਉਮਰ ਦਾ ਕੋਈ ਮਤਲਬ ਨਹੀਂ,
ਉਹ ਲੰਮਾ ਸਮਾਂ ਜਿਉਣ ਜਾਂ ਥੋੜਾ ਸਮਾਂ ਜਿਉਣ, ਉਸ ਪਰਿਪੂਰਨ ਪਰਮੇਸ਼ਰ ਵਿੱਚ ਮਿਲ ਕੇ ਇੱਕਮਿਕ ਹੋ ਜਾਂਦੇ ਆ। ਫਿਰ ਚਾਹੇ ਉਹ ਇੱਥੇ ਰਹਿਣ ਚਾਹੇ ਸਰੀਰ ਨੂੰ ਛੱਡ ਦੇਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਹੀ ਤੀਜੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਦਿੱਤੀ, ਆਪਣਾ ਸਰੀਰ ਤਿਆਗ ਦਿੱਤਾ। ਸਾਨੂੰ ਉਹ ਮੌਤ ਲੱਗਦੀ ਹੈ, ਪਰ ਉਹਨਾਂ ਵਾਸਤੇ ਮੌਤ ਨਹੀਂ ਹੈ। ਉਹ ਇਸ ਦੇਸ਼ ਨੂੰ ਛੱਡ ਕੇ ਆਪਣੇ ਅਸਲੀ ਦੇਸ਼ ਪਰਮੇਸ਼ਰ ਵੀ ਜਾ ਮਿਲਦੇ ਹਨ। ਇਸ ਕਰਕੇ ਉਹਨਾਂ ਦੇ ਵਾਸਤੇ ਉਮਰ ਦਾ ਲੰਮਾ ਹੋਣਾ ਜਾਂ ਛੋਟਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਬਹੁਤ ਥੋੜੀ ਉਮਰ ਦੇ ਵਿੱਚ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਔਰ 8 ਸਾਲ ਦੀ ਉਮਰ ਵਿੱਚ ਹੀ ਉਹ ਜੋਤੀ ਜੋਤ ਸਮਾ ਗਏ। ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦ ਹਰਿ ਸਾਹਿਬ ਨੂੰ ਗੱਦੀ ਦੇ ਦਿੱਤੀ ਤੇ ਆਪਣੇ ਸਰੀਰ ਨੂੰ ਗੁਰੂ ਪਿਆਰਿਓ ਤਿਆਗ ਦਿੱਤਾ, ਜੋਤੀ ਜੋਤ ਸਮਾ ਗਏ। ਜੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਧਰੂਪ ਭਗਤ ਤੇ ਪ੍ਰਹਿਲਾਦ ਦੇ ਵੱਲ, ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਜਦੋਂ ਕੋਈ ਉਸ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ, ਜਿਸ ਦਾ ਅੱਗੇ ਰਹਾਉ ਦੀ ਪੰਕਤੀ ਵਿੱਚ ਲਿਖਦੇ ਨੇ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਇਹ ਸਹਿਜ ਦੀ ਅਵਸਥਾ ਹੈ ਭਗਤੋ। ਇਹ ਬੜੀ ਅਕਥ ਕਥਾ ਕਹਿਣ ਤੋਂ ਪਰੇ ਨਿਰਾਰੀ ਨਿਰਾਲੀ ਹੈ। ਇਸ ਦਾ ਕੋਈ ਪੂਰਾ ਬਿਆਨ ਨਹੀਂ ਕਰ ਸਕਦਾ। ਤੁਲ ਨਹੀਂ ਚੜ੍ਹੈ, ਇਹਨੂੰ ਤੋਲਿਆ ਨਹੀਂ ਜਾ ਸਕਦਾ। ਤੱਕੜੀ ਤੇ ਚੜਾ ਕੇ ਭਾਵ ਇਹਦੀ ਪੂਰੀ ਜੱਜਮੈਂਟ ਨਹੀਂ ਦੱਸੀ ਜਾ ਸਕਦੀ। ਤੁਲ ਨਹੀਂ ਚੜ੍ਹੈ ਜਾਏ ਨਾ, ਇਹ ਖਤਮ ਨਹੀਂ ਹੁੰਦੀ। ਜੇ ਪ੍ਰਾਪਤ ਹੋ ਜਾਵੇ ਜਾਏ ਨਾ ਮੁਕਾਤੀ, ਇਹਨੂੰ ਨਾ ਮੁਕਾਇਆ ਜਾ ਸਕਦਾ। ਭਾਵ ਜੇ ਸਹਿਜ ਦੀ ਕਥਾ ਹੈ, ਉਹ ਫਿਰ ਜਿਤਨੀ ਮਰਜ਼ੀ ਲੰਬੀ ਹੋ ਜਾਵੇ, ਕੋਈ ਉਹਨੂੰ ਇਹ ਨਹੀਂ ਕਹਿ ਸਕਦਾ ਕਿ ਪੂਰੀ ਹੋ ਗਈ। ਹਲਕੀ ਲੱਗੇ ਨਾ ਭਾਰੀ, ਇਹ ਜਿਹੜੀ ਅਵਸਥਾ ਹੈ, ਜਦੋਂ ਜੀਵ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਜਦੋਂ ਉਹ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ, ਉਹਨਾਂ ਵਾਸਤੇ ਜ਼ਿੰਦਗੀ ਦੁਖਦਾਈ ਨਹੀਂ ਰਹਿੰਦੀ। ਹਲਕੀ ਲੱਗੇ ਨਾ ਭਾਰੀ, ਜੀਵਨ ਦਾ ਸਰੀਰ ਦਾ ਕੋਈ ਭਾਰ ਨਹੀਂ ਬਾਕੀ ਰਹਿ ਜਾਂਦਾ। ਸਰੀਰ ਦਾ ਭਾਰ ਵੀ ਘਟ ਜਾਂਦਾ ਹੈ, ਹਲਕਾ ਹੋ ਜਾਂਦਾ ਹੈ। ਹਲਕੀ ਲੱਗੇ ਨਾ ਭਾਰੀ, ਨਾ ਉਹ ਹਲਕੀ ਹੈ ਨਾ ਭਾਰੀ ਹੈ, ਜਿਵੇਂ ਚਾਹੁਣ ਉਵੇਂ ਦੇ ਹੋ ਜਾਂਦੇ ਹਨ ਉਹ ਰੱਬ ਦੇ ਪਿਆਰੇ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਹਲਕੀ ਲੱਗੇ ਨਾ ਭਾਰੀ ਰਹਾਓ, ਅਰਧ ਉਰਧ ਦੋ ਤੈ ਨਾਹੀ। ਉੱਥੇ ਨਾ ਧਰਤੀ ਹੈ ਨਾ ਆਕਾਸ਼ ਹੈ, ਜਿੱਥੇ ਉਹ ਨਿਜ ਸਰੂਪ ਸਹਿਜ ਸਰੂਪ ਵਿੱਚ ਵਸਦੇ ਹਨ। ਨਾ ਉੱਥੇ ਧਰਤੀ ਹੈ ਨਾ ਆਕਾਸ਼ ਹੈ। ਅਰਧ ਉਰਧ ਦੋ ਤਹਿ ਨਾਹੀ, ਉਹ ਸਹਿਜ ਅਵਸਥਾ ਦੇ ਵਿੱਚ ਉੱਚੀ ਤੇ ਨੀਵੀਂ ਅਵਸਥਾ, ਭਾਵ ਨਾ ਕੋਈ ਛੋਟਾ ਨਾ ਕੋਈ ਵੱਡਾ। ਜਿਵੇਂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਸਤਿਗੁਰੂ, 15 ਭਗਤਾਂ, 11 ਭੱਟਾਂ ਤੇ 4 ਗੁਰਮੁਖਾਂ ਦੀ ਬਾਣੀ ਹੈ। ਇੱਥੇ ਸਾਰੇ ਹੀ ਇੱਕੋ ਅਵਸਥਾ ਵਿੱਚ ਪਹੁੰਚੇ ਹੋਏ ਹਨ। ਇੱਥੇ ਸੰਸਾਰ ਦੀ ਨਿਗਾਹ ਮੁਤਾਬਕ ਕੋਈ ਸ਼ੂਦਰ ਨਹੀਂ ਹੈ ਤੇ ਕੋਈ ਬ੍ਰਾਹਮਣ ਨਹੀਂ ਹੈ। ਤਾਂ ਇੱਥੇ ਕੀ ਹੈ, ਨਾ ਕੋਈ ਛੋਟਾ ਹੈ ਨਾ ਕੋਈ ਵੱਡਾ ਹੈ, ਇੱਥੇ ਬਰਾਬਰ ਹਨ। ਅਰਧ ਉਰਧ, ਥੱਲੇ ਧਰਤੀ ਹੈ, ਉੱਪਰ ਆਕਾਸ਼ ਹੈ। ਉੱਥੇ ਕੋਈ ਵੀ ਛੋਟਾ ਵੱਡਾ ਨਹੀਂ ਹੈ। ਉਸ ਉੱਚੀ ਨੀਵੀਂ ਅਵਸਥਾ ਦਾ ਵਿਤਕਰਾ ਵੀ ਨਹੀਂ ਹੈ, ਉੱਥੇ ਸਭ ਬਰਾਬਰ ਹਨ। ਇਸ ਅਵਸਥਾ ਨੂੰ ਭਗਤ ਰਵਿਦਾਸ ਜੀ ਇਉਂ ਬਿਆਨ ਕਰਦੇ ਹਨ, ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਗਿਰਾਜ ਨ ਮਾਲ, ਖੌਫ ਨ ਖਤਾ ਨ ਤਰਸ ਜਵਾਲ। ਆਮੋਏ ਖੋ ਵਤਨ ਗਏ ਪਾਈ, ਊਹਾ ਖੈਰ ਸਦਾ ਮੇਰੇ ਭਾਈ, ਦੋਮ ਨ ਸੇਮ ਏਕ ਸੋ ਆਹੀ। ਉੱਥੇ ਕੋਈ ਦੋ ਨਹੀਂ ਹੈ, ਭਾਵ ਅਲੱਗ-ਅਲੱਗ ਨਹੀਂ ਦਿਸਣਗੇ। ਦਵੈਤ ਨਹੀਂ ਹੈ, ਸੇਮ ਬਸ ਇੱਕ ਹੈ, ਬਰਾਬਰਤਾ ਹੈ। ਉੱਥੇ ਦੂਸਰਾ ਹੈ ਹੀ ਨਹੀਂ, ਦਵੈਤ ਹੈ ਹੀ ਨਹੀਂ। ਅਰਧ ਉਰਧ ਦੋ ਤੈ ਨਾਹੀ, ਰਾਤ ਦਿਨ ਸਤਹਿ ਨਾਹੀ। ਨਾ ਉੱਥੇ ਰਾਤ ਹੈ ਨਾ ਉੱਥੇ ਦਿਨ ਹੈ, ਭਾਵ ਉੱਥੇ ਕੋਈ ਹਨੇਰਾ ਚਾਨਣ ਆਦਿ ਵੀ ਨਹੀਂ ਹੈਗਾ। ਉੱਥੇ
ਗਿਆਨ ਹੀ ਗਿਆਨ ਹੈ। ਨਾ ਜਾਗਰਣ ਹੈ ਰਾਤ ਦਾ ਤੇ ਨਾ ਹੀ ਦਿਨ ਦਾ ਚਾਨਣ ਹੈ। ਉੱਥੇ ਨੀਂਦ ਵੀ ਨਹੀਂ ਹੈ, ਉੱਥੇ ਵਿਸ਼ੇ ਵਿਕਾਰ ਹਉਮੈ ਰੂਪੀ ਵਿਕਾਰਾਂ ਤੋਂ ਵੀ ਪਰੇ ਹੈ ਜੀਵ। ਭਾਵ ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਉਹ ਸਹਿਜ ਅਵਸਥਾ ਵਿੱਚ ਜਿਹੜੀ ਅਵਸਥਾ ਦੀ ਗੱਲ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਭਗਤਾਂ ਨੇ, ਚਾਹੇ ਇਹ ਪੁੱਛਦੇ ਆ ਕਿ ਤੁਹਾਡਾ ਰਾਮਾਨੰਦ ਗੁਰੂ ਕਿਹੜੀ ਅਵਸਥਾ ਵਿੱਚ ਪਹੁੰਚਿਆ ਹੋਇਆ, ਜਾਂ ਫਿਰ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਵੇਲੇ ਮਿਲਣ ਤੋਂ ਬਾਅਦ ਚੇਲਿਆਂ ਨੇ ਧੰਨ ਗੁਰੂ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਅਵਸਥਾ ਸੀ, ਤਾਂ ਉਹਨਾਂ ਨੇ ਇਹੀ ਦੱਸਿਆ ਕਿ ਉਹਨਾਂ ਦੀ ਅਵਸਥਾ ਕੇਵਲ ਤੇ ਕੇਵਲ ਪਰਮੇਸ਼ਰ ਦਾ ਹੀ ਰੂਪ ਹੋ ਚੁੱਕੇ ਹਨ, ਨਿਜ ਸਰੂਪ ਵਿੱਚ ਵਸਦੇ ਹਨ। ਸਹਿਜੇ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਇਹ ਉਸ ਸਹਿਜ ਅਵਸਥਾ ਵਿੱਚ ਜਾ ਚੁੱਕੇ ਆ ਜਿਸ ਦੀ ਕਥਾ ਅਕਥ ਹੈ, ਨਿਰਾਰੀ, ਸੰਸਾਰ ਦੀਆਂ ਕਥਾਵਾਂ ਤੋਂ ਨਿਰਾਲੀ ਹੈ, ਜਿਸ ਨੂੰ ਕਿਹਾ ਨਹੀਂ ਜਾ ਸਕਦਾ। ਤਾਂ ਕਹਿ ਰਹੇ ਸੀ ਅਰਧ ਉਰਧ ਦੋ ਤੈ ਨਾਹੀ। ਉਹ ਸਹਿਜ ਅਵਸਥਾ ਦੀ ਕਥਾ ਵਿੱਚ ਕੋਈ ਉੱਚਾ ਨੀਵਾ ਨਹੀਂ ਹੈ। ਸਹਿਜ ਅਵਸਥਾ ਵਿੱਚ ਪਹੁੰਚ ਕੇ ਸਭ ਬਰਾਬਰ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਅੱਗੇ ਲਿਖਦੇ ਹਨ, ਉੱਥੇ ਦਿਨ ਤੇ ਰਾਤ ਦਾ ਵੀ ਅਨਹੋਂਦ ਹੈ। ਭਾਵ ਉੱਥੇ ਵਿਸ਼ੇ ਵਿਕਾਰਾਂ ਤੋਂ ਵੀ ਜੀਵ ਪਰੇ ਹੈ। ਔਰ ਜਲਨੇ ਪਵਨ ਪਾਵਕ ਫੁਰ ਨਾਹੀ। ਉੱਥੇ ਪਾਣੀ ਭਾਵ ਮੋਹ ਵੀ ਨਹੀਂ ਹੈ, ਹਵਾ ਵੀ ਨਹੀਂ ਹੈ, ਪਾਵਕ ਅੱਗ ਵੀ ਨਹੀਂ ਹੈ। ਉੱਥੇ ਇਹ ਤਿੰਨੇ ਤੱਤ ਵੀ ਥੱਲੇ ਰਹਿ ਗਏ। ਮਨ ਦੀ ਉਡਾਰੀ ਜਿਹੜੀ ਹੈ ਪਵਨ ਤੋਂ ਵੀ ਅੱਗੇ ਹੈ, ਮਾਇਆ ਦੀ ਅੱਗ ਤੋਂ ਵੀ ਉੱਤੇ ਹੈ। ਕੇਵਲ ਸਤਿਗੁਰ ਵਿੱਚ ਸਮਾਰੇ ਹੁੰਦੇ ਹਨ। ਭਾਵ ਨਿਰੋਲ ਗੁਰੂ ਦਾ ਅਖੰਡ ਜਾਪ ਹੋ ਰਿਹਾ ਹੁੰਦਾ ਹੈ। ਕੇਵਲ ਤੇ ਕੇਵਲ ਆਪਣੇ ਉਸ ਸਰੂਪ ਵਿੱਚ ਸਮਾ ਜਾਂਦੇ ਹਨ ਜਿੱਥੋਂ ਸੰਸਾਰ ਦੇ ਵਿੱਚ ਆਏ ਨੇ। ਜਿਸ ਨੂੰ ਨੌਵੇਂ ਪ੍ਰੀਤਮ ਬਿਆਨ ਕਰਦੇ ਹੈ ਕਿ ਸਿੱਖਾ ਜੇ ਤੂੰ ਬਹੁਤ ਸਿਆਣਾ ਹੈ ਤਾਂ ਫਿਰ ਜਿੱਥੋਂ ਪੈਦਾ ਹੋਇਆ ਉੱਥੇ ਸਮਾ। ਪਾਂਚ ਤਤ ਕੋ ਤਨ ਰਚਿਓ, ਜਾਣੋ ਚਤੁਰ ਸੁਜਾਨ। ਇਹਨਾਂ ਪੰਜਾਂ ਤੱਤਾਂ ਦੇ ਸਰੀਰ ਨੂੰ ਜਾਣ ਕਰਕੇ, ਗਿਆਨ ਲੈ ਕਰਕੇ ਫਿਰ ਤੂੰ ਹੁਣ ਉੱਥੇ ਜਾ ਜਿੱਥੋਂ ਆਇਆ। ਪਾਂਚ ਤਤ ਕੋ ਤਨ ਰਚਿਓ, ਜਾਣੋ ਚਤੁਰ ਸੁਜਾਨ। ਜਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਿੱਥੋਂ ਤੂੰ ਪੈਦਾ ਹੋਇਆ ਵਾਪਸ ਉੱਥੇ ਸਮਾਉਣਾ ਕਰੋ। ਤਾਂ ਉੱਥੇ ਜਿਹੜਾ ਹੈ ਇਹ ਜੀਵ ਜਦੋਂ ਸਹਿਜ ਅਵਸਥਾ ਨੂੰ ਪ੍ਰਾਪਤ ਕਰਦਾ ਹੈ, ਵਿਕਾਰਾਂ ਰੂਪੀ ਪਾਣੀ ਵੀ ਨਹੀਂ ਹੈ, ਮੋਹ ਮਮਤਾ ਵਿਸ਼ੇ ਵਿਕਾਰਾਂ ਦਾ। ਔਰ ਫਿਰ ਹਵਾ ਤੇ ਅੱਗ ਵੀ ਨਹੀਂ ਹੈ, ਭਾਵ ਮਨ ਦੀ ਉਡਾਰੀ ਵੀ ਨਹੀਂ ਹੈ, ਮਨ ਦਾ ਉੱਡਣਾ ਵੀ ਨਹੀਂ ਹੈ। ਮਨ ਸਥਿਰ ਹੋ ਗਿਆ ਹੈ, ਜਿਸ ਦਾ ਗਿਆਨ ਸਾਨੂੰ ਗੁਰੂ ਸਾਹਿਬ ਦਿੰਦੇ ਹੋਏ ਕਹਿੰਦੇ ਹਨ, ਥਿਰ ਕਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਲ ਸਵਾਰੇ। ਦੁਸ਼ਟ ਦੋਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸਹਸਾ ਬਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਚੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਉਹ ਅਵਸਥਾ ਵਿੱਚ ਜਾ ਕੇ ਫਿਰ ਉੱਥੇ ਮਨ ਦੀਆਂ ਉਡਾਰੀਆਂ ਵੀ ਨਹੀਂ, ਕਿਉਂਕਿ ਮਨ ਉੱਡਦਾ ਫੁਰਨਿਆਂ ਦੇ ਨਾਲ ਤੇ ਫੁਰਨਾ ਬਣਦਾ ਹਵਾ ਤੋਂ। ਉੱਥੇ ਇਹ ਹਵਾ ਫੁਰਨਿਆਂ ਵਾਲੀ ਵੀ ਨਹੀਂ ਰਹਿ ਗਈ। ਮਨ ਇਕਾਗਰ ਹੋ ਗਿਆ, ਇੱਕ ਦੇ ਵਿੱਚ ਮਿਲ ਗਿਆ ਹੈ। ਅਤੇ ਮਨ ਦੇ ਅੰਦਰ ਹੁਣ ਵਿਸ਼ੇ ਵਿਕਾਰਾਂ ਦੀ, ਕਾਮ ਵਾਸ਼ਨਾ ਦੀ, ਕ੍ਰੋਧ ਦੀ ਅੱਗ ਵੀ ਬੁਝ ਗਈ ਹੈ, ਕਿਉਂਕਿ ਉਹ ਕੇਵਲ ਤੇ ਕੇਵਲ ਸਤਿਗੁਰ ਵਿੱਚ ਸਮਾ ਕਰਕੇ ਉੱਥੇ ਨਿਰੋਲ ਗੁਰੂ ਦਾ ਅਖੰਡ ਜਾਪ ਹੋ ਰਿਹਾ ਹੈ। ਹਾਂ, ਜਾਨੀ ਪਵਨ ਪਾਵਕ ਫੁਰ ਨਾਹੀ, ਸਤਿਗੁਰ ਤਹਾਂ ਸਮਾਈ। ਉੱਥੇ ਗੁਰੂ ਵਸਦਾ ਹੈ। ਅਸਲ ਵਿੱਚ ਰਾਮਾਨੰਦ ਵੀ ਮੇਰਾ ਉੱਥੇ ਵਸਦਾ ਹੈ, ਗੁਰੂ ਨਾਨਕ ਵੀ ਉੱਥੇ ਪਹੁੰਚੇ ਹੈ। ਅਗਾਮੀ ਅਗੋਚਰ ਹੈ ਨਿਰੰਤਰ,
ਉਹ ਪ੍ਰਭੂ ਜੋ ਮਤ ਬੁੱਧੀ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਇੱਕ ਰਸ ਵਿਆਪਕ ਹੋਇਆ ਹੈ, ਉਸ ਨੂੰ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕਰ ਸਕੀਦਾ। ਅਸੀਂ ਉਹਦੇ ਵਿੱਚ ਮਿਲਣਾ ਹੈ। ਜਿੱਥੇ ਸਾਡੀਆਂ ਨਾ ਇੰਦਰੀਆਂ ਦੀ ਪਹੁੰਚ ਹੈ, ਨਾ ਮਨ ਦੀ ਪਹੁੰਚ ਹੈ, ਅਸੀਂ ਉੱਥੇ ਜਾਣਾ ਹੈ। ਜਦੋਂ ਉੱਥੇ ਜਾਂਦਾ ਹੈ ਤਾਂ ਕਬੀਰ ਸਾਹਿਬ ਜੀ ਕਹਿੰਦੇ ਉਹ ਅਗੰਮ ਅਗੋਚਰ ਜੋ ਪਰੇ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਾਰੀ ਸ੍ਰਿਸ਼ਟੀ ਵਿੱਚ ਇੱਕ ਰਸ ਵਿਆਪਕ ਹੋਇਆ ਰਹਿੰਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਕਹੋ ਕਬੀਰ ਬਲ ਜਾਓ ਗੁਰੇ ਆਪਣੇ, ਤਾਂ ਕਬੀਰ ਸਾਹਿਬ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ, ਜਿਸ ਨੇ ਮੈਨੂੰ ਉਹ ਸੋਝੀ ਬਖਸ਼ੀ, ਉਹ ਗਿਆਨ ਬਖਸ਼ਿਆ, ਜਿਸ ਦੀ ਸੱਚੀ ਸੰਗਤ ਕਰਕੇ ਮੈਨੂੰ ਇਹ ਪ੍ਰਾਪਤੀ ਹੋਈ ਆ। ਕਬੀਰ ਸਾਹਿਬ ਖੁਦ ਵੀ ਉੱਥੇ ਪਹੁੰਚੇ ਆ, ਕਿਉਂਕਿ ਜਿਹੜਾ ਪਹੁੰਚਿਆ ਉਸੇ ਨੂੰ ਪਹੁੰਚੇ ਹੋਰਿਆਂ ਬਾਰੇ ਪਤਾ ਹੈ। ਜਿਸ ਤਰ੍ਹਾਂ ਬਾਣੀ ਦਾ ਬਚਨ ਹੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਗਤ ਪਹੁੰਚ ਕਿੱਥੋਂ ਤੱਕ ਹੈ, ਇਹਨੂੰ ਬ੍ਰਹਮ ਗਿਆਨੀ ਹੀ ਦੱਸ ਸਕਦਾ ਹੈ। ਜਿਹੜਾ ਗਿਆ ਹੀ ਨਹੀਂ ਉਸ ਨੂੰ ਕੀ ਪਤਾ ਹੈ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਐ ਸ਼ਬਦ ਦੇ ਰਾਹੀਂ, ਸਤ ਸੰਗਤ ਮਿਲ ਰਹੀ ਹੈ। ਆਓ ਸੱਚ ਦੀ ਸੰਗਤ ਮਿਲ ਕੇ ਹੀ ਉਸ ਅਕਥ ਕਥਾ ਨੂੰ ਜਾਣਿਆ ਜਾ ਸਕਦਾ ਹੈ, ਜਾਂ ਫਿਰ ਉਹਨਾਂ ਦੀ ਅਵਸਥਾ ਨੂੰ ਜਾ ਸਕਦਾ ਹੈ ਜਿਹੜੇ ਉੱਥੇ ਪਹੁੰਚੇ ਹਨ। ਇਸ ਪਵਿੱਤਰ ਸ਼ਬਦ ਦੇ ਰਾਹੀਂ ਕਬੀਰ ਸਾਹਿਬ ਜੀ ਕਹਿੰਦੇ ਹਨ, ਜਿਵੇਂ ਇੱਕ ਉਦਾਹਰਨ ਹੈ, ਜਾ ਕੋ ਸਹਿਜ ਭਇਆ ਜਾ ਕੇ ਸਹਿਜ ਭਇਆ ਸੋ ਜਾਣੈ। ਇਸ ਅਵਸਥਾ ਨੂੰ ਉਹ ਜਾਣ ਸਕਦਾ ਜਿਹਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ ਹੋਵੇ। ਧੰਨ ਗੁਰੂ ਅਮਰਦਾਸ ਜੀ ਨੂੰ ਅਵਸਥਾ ਪ੍ਰਾਪਤ ਹੋਈ ਹੈ ਤਾਂ ਉਹਨਾਂ ਨੇ ਵੀ ਲਿਖ ਦਿੱਤਾ, ਸਹਿਜੇ ਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ। ਮੋਲ ਨਾਹੀ ਕਛ ਕਰਨਾ ਜੋਗਾ। ਸਤਿਗੁਰ ਪਾਤਸ਼ਾਹ ਜੀ ਬਾਣੀ ਰਾਹੀਂ ਬਖਸ਼ਿਸ਼ ਕਰਦੇ ਆ ਕਿ ਇਸ ਅਵਸਥਾ ਦਾ ਕੋਈ ਮੁੱਲ ਨਹੀਂ ਪਾ ਸਕਦਾ, ਭਾਵ ਕੋਈ ਬਿਆਨ ਨਹੀਂ ਕਰ ਸਕਦਾ। ਮੋਲ ਨਾਹੀ ਕਛ ਕਰਨਾ ਜੋਗਾ, ਕਿਆ ਕੋ ਕਹੈ ਸੁਣਾਵੇ, ਕਥਨ ਕਹਿਣ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਣਿਆਵੇ। ਇਹ ਤਾਂ ਜਿਹਨੇ ਉਸ ਅਵਸਥਾ ਨੂੰ ਵੇਖਿਆ, ਜਿਹੜਾ ਉਸ ਅਵਸਥਾ ਵਿੱਚ ਪਹੁੰਚਿਆ ਹੈ, ਉਸੇ ਨੂੰ ਹੀ ਕਹਿਣਾ ਬਣਦਾ ਹੈ, ਉਹ ਹੀ ਕਹਿ ਸਕਦਾ ਹੈ, ਵਰਨਾ ਦੂਸਰਾ ਨਹੀਂ ਕਹਿ ਸਕਦਾ। ਕਹੋ ਨਾਨਕ, ਜਿਸ ਤਰ੍ਹਾਂ ਕਬੀਰ ਸਾਹਿਬ ਜੀ ਕਹਿ ਰਹੇ ਸੀਗੇ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲਨੀ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਜਦੋਂ ਇਹ ਸਾਡਾ ਮਨ ਤਿੰਨਾਂ ਗੁਣਾਂ ਤੋਂ ਪਰੇ ਜਾ ਕੇ ਚੌਥੇ ਪਦ ਵਿੱਚ ਸਹਿਜ ਅਵਸਥਾ ਵਿੱਚ ਜਾਂਦਾ ਹੈ, ਉੱਥੋਂ ਦੇ ਸੰਕੇਤ ਗੁਰਬਾਣੀ ਚੋਂ ਮਿਲਦੇ ਹੈ। ਜਦੋਂ ਸਾਡਾ ਮਨ ਟਿਕਾਓ ਤੇ ਪੂਰਨ ਖੜਾਓ ਵਾਲੀ ਅਵਸਥਾ 'ਚ ਹੁੰਦਾ ਹੈ, ਇਹ ਅਵਸਥਾ ਸਤ ਸੰਤੋਖ ਸ਼ਾਂਤੀ ਆਦਿ ਦੇਵੀ ਗੁਣਾਂ ਨਾਲ ਭਰਪੂਰ, ਵਿਸ਼ੇ ਵਿਕਾਰਾਂ ਦੀ ਔਗਣਾ ਤੋਂ ਪਰੇ। ਇਸ ਸ਼ਬਦ ਵਿੱਚ ਹਲਕੀ ਨਾ ਭਾਰੀ ਭਾਵ ਅਡੋਲਤਾ ਹੈ। ਸਹਿਜ ਅਵਸਥਾ ਪਦਾਰਥ ਵਾਂਗੂ ਤਕੜੀ ਤੇ ਤੋਲਣ ਵਾਲੀ ਵਸਤੂ ਨਹੀਂ ਹੈ, ਔਰ ਵਸਤੂਆਂ ਦੇ ਜੰਮਣ ਮਰਨਾ ਮੁੱਕਣ ਆਦਿ ਦੇ ਤੋਂ ਵੀ ਪਰੇ ਹੈ। ਇਸ ਰਚਨਾ ਦੇ ਵਿੱਚ ਇਹ ਜਗਤ ਦੀ ਰਚਨਾ ਦਾ ਨਾਸ ਹੋਣਾ, ਦੁੱਖ ਸੁੱਖ ਦਾ ਵਿਆਪਣਾ, ਅਤੀ ਪ੍ਰਭਾਵਾਂ ਦਾ ਵੀ ਪ੍ਰਭਾਵ ਜਿਹੜਾ ਸਹਿਜ ਅਵਸਥਾ ਦੇ ਉੱਤੇ ਨਹੀਂ ਪੈਂਦਾਗਾ। ਇਸ ਅਵਸਥਾ ਨਿਜ ਸਰੂਪ ਦਾ ਅਕਲ ਦਾ ਵਿਸ਼ਾ ਹੈ ਨਹੀਂ। ਇਹ ਇਸ ਦੀ ਲਖਤਾ ਅੱਖਰਾਂ ਨਾਲ ਨਹੀਂ ਕਹੀ ਜਾ ਸਕਦੀ, ਸੱਚ ਸਮਾਇਆ ਹੀ ਹੁੰਦੀ ਹੈ। ਜਦੋਂ ਕੋਈ ਉਹਦੇ ਵਿੱਚ ਸਮਾ ਜਾਂਦਾ ਹੈ, ਉਹੀ ਕਹਿ ਸਕਦਾ ਹੈ ਕਿ ਇਹ ਕਿੱਥੋਂ ਦੀ ਅਵਸਥਾ ਹੈ ਜਾਂ ਕੀ ਗੱਲ ਹੈ ਇਹਦੇ ਵਿੱਚ। ਸੋ ਗੁਰੂ ਪਿਆਰਿਓ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲਨੀ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਇਹ ਕਬੀਰ ਸਾਹਿਬ ਜੀ ਨੇ ਬਿਆਨ ਕੀਤਾ ਕਿ ਇਸ ਅਵਸਥਾ ਨੂੰ ਮੈਂ ਇੰਨਾ ਕੀ ਬਿਆਨ ਕਰ ਸਕਦਾ ਕਿ ਉੱਥੇ ਕੁਛ ਵੀ ਨਹੀਂ ਹੈ, ਕੇਵਲ ਤੇ ਕੇਵਲ ਖੁਦ ਹੈ, ਔਰ ਖੁਦ ਖੁਦਾ ਹੈ। ਖੁਦਾ ਵਿੱਚ ਮਿਲ ਕੇ ਇਹ ਜੀਵ ਖੁਦ ਖੁਦਾ ਹੋ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਸੋ ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ ਗ੍ਰੰਥ ਸਾਹਿਬ ਜੀ ਦੇ 333 ਅੰਗ ਉੱਪਰ ਸੁਭਾਏਮਾਨ 48ਵਾਂ ਸ਼ਬਦ ਸੀ।
ਜਿਸ ਦੇ ਰਾਹੀਂ ਭਗਤ ਜੀ ਨੇ ਬ੍ਰਹਮ ਗਿਆਨੀ ਦੀ ਰੱਬ ਨਾਲ ਇੱਕਮਿਕ ਹੋਇਆਂ ਦੀ ਅਵਸਥਾ ਬਿਆਨ ਕੀਤੀ ਹੈ। ਖੈਰ ਵਿਚਾਰਾਂ ਇੱਥੇ ਰੋਕਦੇ ਹਾਂ, ਵਿਚਾਰਾਂ ਕਰਦੇ ਹਾਂ। ਸ਼ਬਦ ਦੀ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਇੱਥੇ ਹੀ ਰੋਕਣ ਦੀ ਆਗਿਆ ਬਖਸ਼ੋ। ਅਗਲੇ ਸ਼ਬਦ ਦੇ ਵਿਚਾਰ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।